ਉਚਾਰਨ ਕੀਤੀ ਹੋਈ ਅੰਮ੍ਰਿਤ ਬਾਣੀ ਜੋ ਗੌੜੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 219 ਉੱਪਰ ਸੁਭਾਏਮਾਨ ਹੈ। ਸਾਹਿਬ ਕਿਰਪਾਲੂ ਜੀ ਨੇ ਸਾਡੇ ਸਾਰਿਆਂ ਦੇ ਵਾਸਤੇ ਬਹੁਤ ਹੀ ਸੁੰਦਰ ਪ੍ਰੇਰਨਾ ਕੀਤੀ ਹੈ, ਸਿੱਖਿਆ ਦਿੱਤੀ ਹੈ। ਆਓ ਸਾਰੇ ਹੀ ਰਲ ਮਿਲ ਕੇ ਸਤਿਗੁਰਾਂ ਜੀ ਦੀ ਇਸ ਮਹਾਨ ਸਿੱਖਿਆ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਕਿ ਅਸੀਂ ਆਪਣੇ ਜੀਵਨ ਨੂੰ ਸੋਹਣਾ ਬਣਾ ਸਕੀਏ। ਸਤਿਗੁਰਾਂ ਜੀ ਨੇ ਇਹ ਸਾਡੇ ਜੀਵਨ ਨੂੰ ਸੋਹਣਾ ਬਣਾਉਣ ਦਾ ਤਰੀਕਾ ਦੱਸਿਆ, ਸਵਾਰਨ ਦਾ ਤਰੀਕਾ ਦੱਸਿਆ। ਬਾਹਰੀ ਤੌਰ ਤੇ ਆਪਾਂ ਅਨੇਕ ਤਰੀਕਿਆਂ ਦੇ ਨਾਲ ਆਪਣੇ ਆਪ ਨੂੰ ਸਵਾਰਦੇ ਹਾਂ, ਸ਼ਿੰਗਾਰਦੇ ਹਾਂ, ਕੋਈ ਬੁਰੀ ਗੱਲ ਨਹੀਂ। ਪਰ ਕੇਵਲ ਬਾਹਰ ਦਾ ਸ਼ਿੰਗਾਰ ਤੇ ਬਾਹਰੀ ਤੌਰ ਤੇ ਸਵਾਰਿਆ ਹੋਇਆ ਇਹ ਚਿਹਰਾ ਮੋਹਰਾ ਇਸ ਜੀਵਨ ਦੀ ਸਫਲਤਾ ਦੇ ਵਿੱਚ ਮਦਦਗਾਰ ਨਹੀਂ ਬਣਨਾ। ਫਿਰ ਉਹ ਕਿਹੜਾ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਅਸੀਂ ਆਪਣੇ ਜੀਵਨ ਨੂੰ ਬਸਰ ਕਰੀਏ, ਜਿਸ ਤਰੀਕੇ ਦੇ ਨਾਲ ਇਹ ਸਾਡਾ ਸਾਰਿਆਂ ਦਾ ਜੀਵਨ ਸੋਹਣਾ ਬਣ ਸਕੇ। ਸਾਹਿਬ ਕਿਰਪਾਲੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਤਰੀਕਾ ਸਮਝਾਇਆ, ਇਹ ਜੁਗਤ ਸਮਝਾਈ ਹੈ। ਸੰਸਾਰ ਤੇ ਬਹੁਤ ਲੋਕ ਐਸੇ ਆਏ ਜਿਨ੍ਹਾਂ ਨੇ ਆਪੋ ਆਪਣੇ ਤਰੀਕਿਆਂ ਦੇ ਨਾਲ ਇਹ ਕੋਸ਼ਿਸ਼ ਕੀਤੀ ਕਿ ਅਸੀਂ ਰੱਬ ਨੂੰ ਮਿਲਣਾ ਤੇ ਰੱਬ ਨੂੰ ਮਿਲਣ ਦਾ ਆਹ ਤਰੀਕਾ ਹੈ। ਬੜੇ ਵੱਖ-ਵੱਖ ਤਰੀਕੇ ਅਪਣਾਏ ਗਏ, ਬੜੇ ਲੰਮੀ ਸਾਧਨਾ ਕੀਤੀ ਗਈ, ਤਪ ਕੀਤੇ ਗਏ, ਧੂਣੇ ਧਖਾਏ ਗਏ, ਜਲ ਧਾਰੇ ਕੀਤੇ ਗਏ। ਇਤਿਹਾਸਕ ਅਨੇਕ ਪ੍ਰਕਾਰ ਦੀਆਂ ਆਪੇ ਹੀ ਬਣਾਈਆਂ ਹੋਈਆਂ ਮਰਿਆਦਾ ਤੇ ਉਹਨਾਂ ਅਨੁਸਾਰ ਕਿਹਾ ਕਿ ਰੱਬ ਦੇ ਮਿਲਾਪ ਦਾ ਆਹ ਰਸਤਾ ਹੈ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਸਾਨੂੰ ਬਾਹਰ ਕੱਢ ਕੇ ਬੜਾ ਸਰਲ ਤਰੀਕਾ, ਬੜਾ ਸੌਖਾ ਤਰੀਕਾ, ਜਿਵੇਂ ਕਹਿ ਲਿਆ ਜਾਏ ਕਿ ਰੱਬ ਦੇ ਮਿਲਾਪ ਦਾ ਸਿੱਧਾ ਤੇ ਸੌਖਾ ਤਰੀਕਾ ਜੋ ਸਤਿਗੁਰਾਂ ਜੀ ਨੇ ਅੰਮ੍ਰਿਤ ਬਾਣੀ ਦੇ ਰਾਹੀਂ ਮਨੁੱਖਤਾ ਨੂੰ ਸਮਝਾਇਆ। ਜੇ ਮਨੁੱਖ ਨੂੰ ਇਸ ਗੱਲ ਦੀ ਸਮਝ ਆ ਜੇ, ਇਹਨੂੰ ਨਾ ਪਰਿਵਾਰ ਛੱਡਣ ਦੀ ਲੋੜ ਪਏਗੀ, ਨਾ ਸਮਾਜਿਕ ਜ਼ਿੰਮੇਵਾਰੀਆਂ ਦੇ ਵਿੱਚੋਂ ਇਹਨੂੰ ਬਾਹਰ ਨਿਕਲਣਾ ਪਏਗਾ। ਇਹ ਰੁਕਾਵਟਾਂ ਨਹੀਂ ਲੱਗਣਗੀਆਂ। ਇਹ ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਇਹ ਸਮਾਜ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ ਉਹ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਏਗਾ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ। ਸਾਧੂ ਗੋਬਿੰਦ ਕੇ ਗੁਣ ਗਾਵੋ। ਹੇ ਸੰਤ ਜਨੋ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰੋ ਤੇ ਗਾਉਂਦੇ ਰਹੋ। ਦੋਏ ਚੀਜ਼ਾਂ ਸਾਡੇ ਵਾਸਤੇ ਜ਼ਰੂਰੀ ਨੇ ਕਿ ਸਾਨੂੰ ਇਹ ਸਮਝ ਆ ਜੇ ਕਿ ਮੈਂ ਕੀ ਕਰਨਾ, ਮੇਰਾ ਇਹ ਮਨੁੱਖਾ ਜਨਮ ਸਫਲਾ ਕਿਵੇਂ ਹੋਏ। ਇਸ ਮਨੁੱਖਾ ਜਨਮ ਨੂੰ ਸਫਲਾ ਬਣਾਉਣ ਦਾ ਤਰੀਕਾ ਸਤਿਗੁਰੂ ਜੀ ਦੱਸਦੇ ਨੇ ਕਿ ਆਹ ਤਰੀਕਾ, ਆਹ ਕੰਮ ਕਰਿਆ ਕਰ, ਕਰਨ ਦੀ ਪ੍ਰੇਰਨਾ ਕੀਤੀ ਆ। ਹੁਣ ਸਾਡਾ ਫਰਜ਼ ਇਹ ਬਣਦਾ ਕਿ ਸਤਿਗੁਰੂ ਜੀ ਨੇ ਆਹ ਕੰਮ ਕਰਨ ਵਾਸਤੇ ਸਾਨੂੰ ਕਿਹਾ ਤੇ ਮੈਂ ਉਹ ਕੰਮ ਕਰਾਂ। ਕਰਨ ਵਾਸਤੇ ਕੀ ਕਿਹਾ ਕਿ ਗੋਬਿੰਦ ਕੇ ਉਸ ਪਰਮਾਤਮਾ ਦੇ ਗੁਣ, ਉਹਦੀ ਵਡਿਆਈ ਕਰਿਆ ਕਰ, ਉਹਦਾ ਨਾਮ ਜਪਿਆ ਕਰ। ਉਹਦੇ ਤੋਂ ਵੱਡਾ ਕੋਈ ਨਹੀਂ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨਾਂ ਦੇ ਵਿੱਚੋਂ ਜਦੋਂ ਆਪਾਂ ਸ਼ਲੋਕ ਮਹੱਲਾ 9ਵਾਂ ਪੜ੍ਹਦੇ ਹਾਂ, ਭੋਗ ਦੇ ਸਮੇਂ ਸ਼ਲੋਕ ਪੜ੍ਹਦੇ ਹਾਂ, ਪਹਿਲਾ ਸ਼ਲੋਕ ਵੀ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ
ਇਸੇ ਪਰਥਾਏ ਉਚਾਰਨ ਕੀਤਾ। ਇੱਥੇ ਕਹਿ ਰਹੇ ਨੇ ਸਾਧੂ ਗੋਬਿੰਦ ਕੇ ਗੁਣ ਗਾਵੋ। ਹੇ ਸੰਤ ਜਨੋ, ਉਸ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਕਰੋ, ਗਾਉਂਦੇ ਰਹੋ। ਜੇ ਪਰਮਾਤਮਾ ਦੇ ਗੁਣ ਨਹੀਂ ਗਾਏ ਇਸ ਮਨੁੱਖਾ ਜਨਮ ਦੇ ਵਿੱਚ ਆ ਕੇ, ਫਿਰ ਹੋਏਗਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਪਸ਼ਟ ਕਰ ਦਿੱਤਾ। ਜੇ ਇੱਥੇ ਗਾਉਣ ਦੀ ਗੱਲ ਕੀਤੀ, ਜੇ ਨਹੀਂ ਗਾਏ, ਅੱਜ ਸਾਨੂੰ ਸਤਿਗੁਰੂ ਜੀ ਗਾਉਣ ਦੀ ਗੱਲ ਕਰ ਰਹੇ ਨੇ, ਗਾਉਣ ਦੀ ਪ੍ਰੇਰਣਾ ਕਰ ਰਹੇ ਨੇ, ਸਾਡੇ ਜੀਵਨ ਦੀ ਅਗਵਾਈ ਕਰ ਰਹੇ ਨੇ ਕਿ ਭਲਿਆ ਜੇ ਤੂੰ ਇਸ ਮਨੁੱਖਾ ਜਨਮ ਨੂੰ ਸਫਲਾ ਬਣਾਉਣਾ, ਇਸ ਤਰੀਕੇ ਦੇ ਨਾਲ ਤੂੰ ਇਸ ਮਨੁੱਖਾ ਜਨਮ ਨੂੰ ਸਫਲਾ ਬਣਾ ਸਕਦਾ, ਉਹਦੇ ਲਈ ਕਰਨਾ ਕੀ ਕਰ, ਸਾਧੂ ਗੋਬਿੰਦ ਕੇ ਗੁਣ ਗਾਓ। ਫਿਰ ਸ਼ਲੋਕ ਦੇ ਵਿੱਚ ਸਤਿਗੁਰੂ ਜੀ ਕਹਿੰਦੇ, ਜੇ ਸਾਡੇ ਜੀਵਨ ਵਿੱਚ ਅਸੀਂ ਪਰਮਾਤਮਾ ਦੇ ਗੁਣ ਨਹੀਂ ਗਾਏ, ਸਤਿਗੁਰੂ ਜੀ ਨੇ ਤੇ ਸਾਨੂੰ ਕਹਿ ਦਿੱਤਾ, ਸਤਿਗੁਰੂ ਜੀ ਨੇ ਸਾਨੂੰ ਸਮਝਾ ਦਿੱਤਾ, ਪਰ ਜੇ ਅਸੀਂ ਸਤਿਗੁਰਾਂ ਜੀ ਦੇ ਕਹੇ ਅਨੁਸਾਰ ਆਪਣੇ ਜੀਵਨ ਦਾ ਕਰਮ ਨਹੀਂ ਬਣਾਇਆ, ਤੇ ਫਿਰ ਦੁਨੀਆ ਦੇ ਸੁੱਖ ਦੇ ਜਿੰਨੇ ਮਰਜ਼ੀ ਸਾਡੇ ਕੋਲ ਸਾਧਨ ਹੋਣ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਤੇਰਾ ਜਨਮ ਜਿਹੜਾ ਇਸ ਕਾਰਥਾ ਨਹੀਂ ਆ। ਹੁਣ ਆਪਾਂ ਆਪਣੇ ਜੀਵਨ ਦੇ ਵਿੱਚ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਕਿ ਮੈਂ ਇਸ ਮਨੁੱਖਾ ਜਨਮ ਨੂੰ ਸਕਾਰਥਾ ਬਣਾਉਣਾ ਜਾਂ ਅਕਾਰਥ ਹੀ ਚਲੇ ਜਾਣਾ, ਦੋਨੋਂ ਗੱਲਾਂ ਨੇ। ਜੇ ਗੋਬਿੰਦ ਦੇ ਗੁਣ ਨਹੀਂ ਗਾਏ ਤੇ ਸਤਿਗੁਰੂ ਜੀ ਨੇ ਸਪਸ਼ਟ ਕਰ ਦਿੱਤਾ, ਇਹ ਤੇਰਾ ਮਨੁੱਖਾ ਜਨਮ ਜਿਹੜਾ ਇਹ ਅਕਾਰਥ ਚਲਿਆ ਗਿਆ, ਇਸ ਮਨੁੱਖਾ ਜਨਮ ਦਾ ਤੈਨੂੰ ਕੋਈ ਵੀ ਲਾਭ ਪ੍ਰਾਪਤ ਨਹੀਂ ਹੋਇਆ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜੇ ਬਿਦ ਜਲ ਕੋ ਮੀਨ। ਜੇ ਨਹੀਂ ਗੋਬਿੰਦ ਦੇ ਗੁਣ ਗਾਏ, ਤੇਰਾ ਜਨਮ ਅਕਾਰਥ ਚਲਿਆ ਗਿਆ। ਜੇ ਇਸ ਮਨੁੱਖਾ ਜਨਮ ਨੂੰ ਤੂੰ ਸਕਾਰਥ ਬਣਾਉਣਾ ਚਾਹੁੰਦਾ, ਤੇ ਸਾਹਿਬ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਮਛਲੀ ਦੀ ਉਦਾਹਰਨ ਦਿੱਤੀ। ਕਿੰਨਾ ਪਾਣੀ ਦੇ ਨਾਲ ਉਹਦਾ ਪਿਆਰ ਹੈ ਕਿ ਪਾਣੀ ਚੋਂ ਉਹਨੂੰ ਬਾਹਰ ਕੱਢ ਦਿੱਤਾ ਜਾਏ ਤੇ ਉਹ ਤੜਫ ਤੜਫ ਕੇ ਪ੍ਰਾਣ ਤਿਆਗ ਦਿੰਦੀ ਆ। ਉਹਦੇ ਲਈ ਪਾਣੀ ਹੀ ਉਹਦਾ ਜੀਵਨ ਹੈ। ਇਸ ਤਰੀਕੇ ਦੇ ਨਾਲ ਸਤਿਗੁਰੂ ਜੀ ਕਹਿੰਦੇ ਤੈਨੂੰ ਪ੍ਰਮਾਤਮਾ ਦੀ ਯਾਦ ਇਸ ਤਰੀਕੇ ਦੇ ਨਾਲ ਬਣੀ ਰਹਿਣੀ ਚਾਹੀਦੀ ਆ। ਤੇਰਾ ਪ੍ਰਮਾਤਮਾ ਦੇ ਚਰਨਾਂ ਦੇ ਨਾਲ ਇਦਾਂ ਪਿਆਰ ਬਣਿਆ ਰਹਿਣਾ ਚਾਹੀਦਾ ਜਿਵੇਂ ਮੱਛੀ ਦਾ ਪਿਆਰ ਪਾਣੀ ਦੇ ਨਾਲ ਹੈ। ਜੇ ਇਸ ਤਰੀਕੇ ਦੇ ਨਾਲ ਤੂੰ ਪ੍ਰਮਾਤਮਾ ਦੇ ਗੁਣ ਗਾਏਗਾ ਤੇ ਸਤਿਗੁਰੂ ਜੀ ਕਹਿੰਦੇ ਫਿਰ ਤੇਰਾ ਜਨਮ ਸਕਾਰਥਾ ਹੈ। ਜੇ ਤੂੰ ਪ੍ਰਮਾਤਮਾ ਦੇ ਗੁਣ ਨਹੀਂ ਗਾਏ ਤੇ ਇਹ ਤੇਰਾ ਮਨੁੱਖਾ ਜਨਮ ਅਕਾਰਥ ਚਲਿਆ ਜਾਏਗਾ। ਇੱਕ ਬਚਨ ਮੈਂ ਭਗਤ ਕਬੀਰ ਸਾਹਿਬ ਜੀ ਦਾ ਆਪ ਜੀ ਦੇ ਨਾਲ ਇੱਥੇ ਸਾਂਝਾ ਕਰਾਂ, ਕਿਉਂਕਿ ਸਾਡੇ ਜੀਵਨ ਦੇ ਬੜੇ ਭੁਲੇਖੇ ਬਣੇ ਰਹਿੰਦੇ ਨੇ। ਬਹੁਤ ਵਾਰ ਇਹ ਕਹਿ ਦਿੱਤਾ ਜਾਂਦਾ ਕੋਈ ਨਹੀਂ ਬਾਅਦ ਵਿੱਚ ਕਰ ਲਾਂਗੇ, ਬਾਅਦ ਵਿੱਚ ਹੀ ਨਹੀਂ, ਕਈ ਵਾਰੀ ਤੇ ਇੱਥੋਂ ਤੱਕ ਕਹਿ ਦਿੱਤਾ ਜਾਂਦਾ ਜੀ ਅਗਲੇ ਜਨਮ 'ਚ ਕਰ ਲਾਂਗੇ। ਹੁਣ ਭਗਤ ਕਬੀਰ ਸਾਹਿਬ ਜੀ ਨੇ ਬੜੇ ਪਿਆਰੇ ਬਚਨ ਕੀਤੇ ਹਨ। ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰੇ ਬਾਰ। ਇਹ ਜਿਹੜਾ ਮਨੁੱਖਾ ਜਨਮ ਹੈ ਇਹ ਬੜਾ ਕੀਮਤੀ ਆ, ਇਹ ਬਾਰ-ਬਾਰ ਪ੍ਰਾਪਤ ਹੋਣ ਵਾਲਾ ਨਹੀਂ। ਕਿਤੇ ਇਸ ਭੁਲੇਖੇ ਵਿੱਚ ਜੀਵਨ ਨਾ ਗੁਜ਼ਾਰਦੀ। ਫਿਰ ਉਦਾਹਰਨ ਦੇ ਕੇ ਸਮਝਾਉਂਦੇ ਨੇ, ਕਿਉਂਕਿ ਸਾਨੂੰ ਹਰ ਚੀਜ਼ ਦਾ ਕੋਈ ਨਾ ਕੋਈ ਲੌਜਿਕ ਚਾਹੀਦਾ ਨਾ ਜੀ। ਇਹ ਕਿੱਦਾਂ ਹੋ ਸਕਦਾ? ਮਨੁੱਖੀ ਸੁਭਾਅ ਇਸ ਤਰ੍ਹਾਂ ਦਾ ਬਣਿਆ ਹੋਇਆ, ਕੋਈ ਬੁਰੀ ਗੱਲ ਨਹੀਂ। ਕੋਈ ਨਾ ਕੋਈ ਹਰ ਚੀਜ਼ ਲਈ ਲੌਜਿਕ ਚਾਹੀਦਾ।
ਭਗਤ ਕਬੀਰ ਸਾਹਿਬ ਜੀ ਨੇ ਫਿਰ ਉਦਾਹਰਨ ਦੇ ਕੇ, ਜਿਉਂ ਬਨ ਫਲ ਪਾ ਕੇ ਭੋਏ ਗਿਰੇ, ਬਹੁਰ ਨਾ ਲਾਗੇ ਡਾਰ। ਜਿਵੇਂ ਦਰਖਤ ਦੀ ਟਹਿਣੀ ਦੇ ਨਾਲ ਲੱਗਾ ਹੋਇਆ ਫਲ, ਉਹ ਸਾਰੀ ਤਾਕਤ ਟਹਿਣੀ ਦੇ ਰਾਹੀਂ, ਤਣੇ ਦੇ ਰਾਹੀਂ ਜੜ੍ਹਾਂ ਤੱਕ ਲੈ ਰਿਹਾ, ਉਹਦੇ ਵਿੱਚ ਰਸ ਭਰ ਰਿਹਾ। ਜਦੋਂ ਰਸ ਦਾ ਭਰ ਗਿਆ ਤੇ ਉਹ ਫਲ ਟਹਿਣੀ ਦੇ ਨਾਲੋਂ ਟੁੱਟ ਗਿਆ। ਕੋਈ ਦੁਨੀਆ ਦੀ ਐਸੀ ਖੋਜ ਨਹੀਂ ਕਿ ਉਸ ਟੁੱਟੇ ਹੋਏ ਫਲ ਨੂੰ ਦੁਬਾਰਾ ਟਹਿਣੀ ਦੇ ਨਾਲ ਜੋੜ ਸਕੇ ਤੇ ਉਹ ਫਲ ਉਸੇ ਤਰ੍ਹਾਂ ਹੀ ਪਹਿਲੋਂ ਦੀ ਤਰ੍ਹਾਂ ਆਪਣੀ ਖੁਰਾਕ ਟਹਿਣੀ ਤਣੇ ਰਾਹੀਂ ਜੜ੍ਹਾਂ ਤੋਂ ਪ੍ਰਾਪਤ ਕਰ ਸਕੇ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਤੇਰੇ ਸਾਹਮਣੇ ਆ ਕਿ ਟਹਿਣੀ ਦੇ ਨਾਲੋਂ ਟੁੱਟਾ ਹੋਇਆ ਫਲ ਜਿਵੇਂ ਦੁਬਾਰਾ ਟਹਿਣੀ ਦੇ ਨਾਲ ਨਹੀਂ ਲੱਗ ਸਕਦਾ, ਇਸੇ ਤਰ੍ਹਾਂ ਇਹ ਤੇਰਾ ਮਨੁੱਖਾ ਜਨਮ ਹੈ। ਜੇ ਤੂੰ ਇਸ ਮਨੁੱਖਾ ਜਨਮ ਦੇ ਵਿੱਚ ਪ੍ਰਮਾਤਮਾ ਦੀ ਭਗਤੀ ਬੰਦਗੀ ਨਹੀਂ ਕੀਤੀ ਤੇ ਮਤਾਂ ਕਿਤੇ ਸਮਝੀ ਮੈਂ ਅਗਲੇ ਜਨਮ ਵਿੱਚ ਕਰ ਲਾਂਗਾ, ਇਹ ਠੀਕ ਉਸ ਤਰ੍ਹਾਂ ਤੇਰਾ ਮਨੁੱਖਾ ਜਨਮ ਹੀ ਜਿਵੇਂ ਟਹਿਣੀ ਦੇ ਨਾਲੋਂ ਟੁੱਟਾ ਹੋਇਆ ਫਲ ਦੁਬਾਰਾ ਨਹੀਂ ਜੁੜ ਸਕਦਾ, ਇਸੇ ਤਰ੍ਹਾਂ ਇਹ ਤੈਨੂੰ ਬਾਰ-ਬਾਰ ਮਿਲਣ ਵਾਲਾ ਨਹੀਂ। ਇਸ ਕਰਕੇ ਇਹਦੀ ਸੰਭਾਲ ਕਰ। ਕੇਵਲ ਦੁਨੀਆਦਾਰੀ ਦੇ ਰੰਗ ਤਮਾਸ਼ਿਆਂ ਨੂੰ ਦੇਖਦਾ ਹੋਇਆ, ਮਨ ਪਰਚਾਵੇ ਦੇ ਸਾਧਨਾਂ ਨੂੰ ਮਾਣਦਾ ਹੋਇਆ ਇਹ ਨਾ ਸਮਝ ਕਿ ਮੈਂ ਬੜਾ ਸਫਲ ਹਾਂ। ਤੇਰੇ ਜੀਵਨ ਦੀ ਸਫਲਤਾ ਤਾਂ ਬਣਨੀ ਆ ਜਦੋਂ ਗੋਬਿੰਦ ਦੇ ਗੁਣ ਗਾਏਗਾ। ਭਗਤ ਕਬੀਰ ਸਾਹਿਬ ਜੀ ਦਾ ਇੱਕ ਹੋਰ ਬਚਨ ਰਾਗ ਭੈਰੋ ਦੇ ਵਿੱਚ ਆਉਂਦਾ, ਉਹਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਗਈ ਆ ਕਿ ਇਹ ਮਨੁੱਖਾ ਜਨਮ ਮਿਲਿਆ ਕਾਹਦੇ ਵਾਸਤੇ ਆ। ਗੁਰ ਸੇਵਾ ਤੇ ਭਗਤ ਕਮਾਈ, ਲਾਭੇ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਇਹ ਮਨੁੱਖਾ ਜਨਮ ਕਾਹਦੇ ਵਾਸਤੇ ਮਿਲਿਆ? ਗੁਰੂ ਦੀ ਸੇਵਾ ਤੇ ਪਰਮਾਤਮਾ ਦੀ ਭਗਤੀ ਦੀ ਕਮਾਈ ਕਰਨ ਵਾਸਤੇ। ਜੇ ਇਹ ਕੰਮ ਜੀਵਨ ਵਿੱਚ ਨਹੀਂ ਕੀਤਾ, ਜੇ ਆਹ ਦੋ ਕੰਮ ਆਪਣੇ ਜੀਵਨ ਵਿੱਚ ਨਹੀਂ ਕੀਤੇ, ਗੁਰੂ ਦੀ ਸੇਵਾ ਨਹੀਂ ਕੀਤੀ, ਪਰਮਾਤਮਾ ਦੀ ਭਗਤੀ ਨਹੀਂ ਕੀਤੀ, ਤੇ ਕਹਿੰਦੇ ਫਿਰ ਤੂੰ ਆਪਣੇ ਜੀਵਨ ਵਿੱਚ ਕੁਝ ਵੀ ਨਹੀਂ ਕੀਤਾ। ਬੇਸ਼ੱਕ ਦੁਨੀਆਦਾਰੀ ਦੀ ਹਰ ਵਸਤੂ ਤੇਰੇ ਕੋਲ ਕਿਉਂ ਨਾ ਹੋਏ, ਤੇਰਾ ਮਰਾਤਬਾ, ਤੇਰਾ ਰੁਤਬਾ, ਤੇਰਾ ਰਾਜ ਭਾਗ, ਤੇਰੀ ਜਗੀਰ ਜਾਇਦਾਦ, ਤੇਰੇ ਕਾਰੋਬਾਰ, ਸਾਰਾ ਕੁਝ ਹੋਏ, ਮੁਬਾਰਕ ਹੈ। ਇਹਦੇ ਨਾਲ ਤੇਰੇ ਜੀਵਨ ਦੀਆਂ ਲੋੜਾਂ ਪੂਰੀਆਂ ਹੋਣੀਆਂ, ਕੋਈ ਮਾੜੀ ਗੱਲ ਨਹੀਂ। ਇਹ ਸਾਰੀਆਂ ਚੀਜ਼ਾਂ ਹੋਣ, ਪਰ ਕਹਿੰਦੇ ਇਹ ਸਾਰਾ ਕੁਝ ਹੋਣ ਦੇ ਬਾਵਜੂਦ ਜੇ ਤੂੰ ਆਪਣੇ ਜੀਵਨ ਦੇ ਵਿੱਚ ਪਰਮਾਤਮਾ ਦੇ ਗੁਣ ਨਹੀਂ ਗਾਏ, ਪਰਮਾਤਮਾ ਦਾ ਨਾਮ ਨਹੀਂ ਜਪਿਆ, ਤੇ ਫਿਰ ਤੂੰ ਇਸ ਮਨੁੱਖਾ ਜਨਮ ਦਾ ਕੁਝ ਵੀ ਲਾਭ ਪ੍ਰਾਪਤ ਨਹੀਂ ਕੀਤਾ। ਕਿਉਂਕਿ ਇਸ ਦੇਹੀ ਨੂੰ ਭਗਤ ਜੀ ਕਹਿੰਦੇ ਦੇਵਤੇ ਵੀ ਲੋਚਦੇ ਨੇ ਕਿਤੇ ਪ੍ਰਾਪਤ ਹੋਏ ਤਾਂ ਕਿ ਅਸੀਂ ਪਰਮਾਤਮਾ ਦੀ ਭਗਤੀ ਕਰੀਏ, ਉਹਦੇ ਗੁਣ ਗਾ ਸਕੀਏ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਸਭ ਤੋਂ ਵੱਡੀ ਗੱਲ ਜਿਹੜੀ ਭਗਤ ਜੀ ਨੇ ਸਮਝਾਈ, ਜੋ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਵੀ ਸਮਝਾ ਰਹੇ ਨੇ, ਕਿ ਸਾਧੋ ਗੋਬਿੰਦ ਕੇ ਗੁਣ ਗਾਵੋ। ਭਗਤ ਜੀ ਕਹਿੰਦੇ ਨੇ ਕਿ ਕਿਤੇ ਗੁਸਤਾਖੀ ਨਾ ਕਰ ਬੈਠੀ, ਭੁੱਲ ਨਾ ਕਰ ਬੈਠੀ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾ। ਕਿਤੇ ਆਪਣੇ ਜੀਵਨ ਦੇ ਵਿੱਚੋਂ ਆਹ ਭੁੱਲ ਨਾ ਕਰ ਬੈਠੀ ਕਿ ਹੋਰ ਸਾਰੀਆਂ ਚੀਜ਼ਾਂ ਤੈਨੂੰ ਚੇਤੇ ਵਿੱਚ ਹੋਣ, ਤੇਰੀ ਯਾਦ ਵਿੱਚ ਹੋਣ। ਦੁਨੀਆਦਾਰੀ ਦੇ ਸਾਰੇ ਕੰਮ ਧੰਦੇ ਤੇਰੇ ਧਿਆਨ ਵਿੱਚ ਹੋਣ ਕਿ ਮੈਂ ਇਸ ਸਮੇਂ ਤੇ ਆਹ ਕਰਨਾ, ਮੈਂ ਇਸ ਸਮੇਂ ਤੇ ਆਹ ਕਰਨਾ। ਪਰ ਜਿਹੜਾ ਤੇਰੇ ਜੀਵਨ ਦਾ ਅਸਲੀ ਕੰਮ ਹੈ,
ਇਹਦੇ ਪੱਖੋਂ ਤੂੰ ਅਵੇਸਲਾ ਰਹੇ ਜਾਂ ਬੇਧਿਆਨਾ ਰਹੇ। ਭਗਤ ਜੀ ਕਹਿੰਦੇ ਭਜੋ ਗੋਬਿੰਦ ਭੂਲ ਮਤ ਜਾਹੋ। ਪ੍ਰੇਰਨਾ ਹੀ ਕੀਤੀ ਹੈ ਨਾ, ਸਿੱਖਿਆ ਹੀ ਦਿੱਤੀ ਹੈ ਨਾ, ਸਾਨੂੰ ਸੁਚੇਤ ਕੀਤਾ ਸਾਰਿਆਂ ਨੂੰ। ਅਸੀਂ ਮੋਹ ਮਾਇਆ ਦੇ ਜਾਲ ਵਿੱਚ ਪੈ ਕੇ ਉਸ ਗੋਬਿੰਦ ਨੂੰ ਜਦੋਂ ਵਿਸਾਰ ਦਿੰਦੇ ਹਾਂ ਤੇ ਸਤਿਗੁਰਾਂ ਜੀ ਦੀ ਬਾਣੀ ਸਾਨੂੰ ਚੇਤਾ ਕਰਾਉਂਦੀ ਆ। ਚੇਤਾ ਹੀ ਆ ਨਾ ਜੀ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਇਸ ਮਨੁੱਖਾ ਜਨਮ ਦਾ ਆਹ ਹੀ ਲਾਭ ਇਸ ਤਰੀਕੇ ਦੇ ਨਾਲ ਤੂੰ ਪ੍ਰਾਪਤ ਕਰ ਸਕਦਾ। ਜੇ ਆਪਣੇ ਜੀਵਨ ਦਾ ਸ੍ਰੇਸ਼ਟ ਲਾਭ ਪ੍ਰਾਪਤ ਕਰਨਾ ਤੇ ਇਹ ਕੰਮ ਕਰੀ, ਭਜੋ ਗੋਬਿੰਦ ਭੂਲ ਮਤ ਜਾ। ਕਿੰਨਾ ਕੁ ਚਿਰ ਪਰਮਾਤਮਾ ਦੇ ਗੁਣ ਗਾਉਣੇ ਨੇ, ਕਿੰਨਾ ਕੁ ਚਿਰ ਪਰਮਾਤਮਾ ਦੀ ਬੰਦਗੀ ਕਰਨੀ ਆ। ਕਈ ਵਾਰ ਆਪਾਂ ਗਿਣਤੀਆਂ ਮਿਣਤੀਆਂ ਦੇ ਚੱਕਰਾਂ 'ਚ ਪਏ ਰਹਿੰਦੇ ਹਾਂ। ਕਈ ਵਾਰੀ ਅਸੀਂ ਸਮੇਂ ਦੀ ਸੀਮਾ ਦੀ ਵੀ ਹੱਦਬੰਦੀ ਕਰ ਦਿੰਦੇ ਹਾਂ। ਇਹ ਸਾਰੀਆਂ ਵਿਉਂਤਾਂ ਮਨੁੱਖ ਦੀਆਂ ਬਣਾਈਆਂ ਹੋਈਆਂ। ਮਨੁੱਖ ਨੇ ਆਪਣੀ ਮੱਤ ਅਨੁਸਾਰ ਜਿਵੇਂ ਇਹਨੂੰ ਚੰਗਾ ਲੱਗਾ, ਜਿਵੇਂ ਇਹਨੂੰ ਸਹੂਲਤ ਲੱਗੀ, ਇਹਨੇ ਉਸ ਅਨੁਸਾਰ ਇਹ ਤਰੀਕੇ ਤੇ ਪ੍ਰਮਾਤਮਾ ਦੀ ਬੰਦਗੀ ਦਾ ਸਮਾਂ ਵੀ ਹੱਦਬੰਦੀਆਂ 'ਚ ਬੰਨ੍ਹ ਦਿੱਤਾ ਕਿ ਇੰਨਾ ਕੁ ਚਿਰ। ਪਰ ਜਦੋਂ ਸਤਿਗੁਰਾਂ ਜੀ ਦੀ ਬਾਣੀ ਪੜ੍ਹਦੇ ਆ, ਭਗਤ ਕਬੀਰ ਸਾਹਿਬ ਜੀ ਕੀ ਕਹਿ ਰਹੇ ਨੇ? ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਏ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ। ਹੁਣ ਕਿੰਨਾ ਸਪਸ਼ਟ ਕਰ ਦਿੱਤਾ। ਕੋਈ ਸਮੇਂ ਸੀਮਾ ਦੀ ਹੱਦਬੰਦੀ ਨਹੀਂ ਬੰਨੀ ਕਿ ਇੰਨਾ ਕੁ ਚਿਰ। ਸਤਿਗੁਰਾਂ ਜੀ ਦੀ ਬਾਣੀ ਦੇ ਵਿੱਚੋਂ ਇੱਕ ਹੋਰ ਬਚਨ ਆਉਂਦਾ, ਬੜੀ ਸਪਸ਼ਟਤਾ ਗੁਰੂ ਪਿਆਰਿਓ ਗੁਰਬਾਣੀ ਦੇ ਵਿੱਚ, ਕੋਈ ਦੁਬਿਧਾ ਨਹੀਂ, ਕੋਈ ਭਰਮ ਨਹੀਂ, ਬੜੀ ਕਲੀਅਰਟੀ ਆ, ਬੜੀ ਸਪਸ਼ਟਤਾ ਹੈ। ਔਰ ਕੇਵਲ ਸਪਸ਼ਟਤਾ ਹੀ ਨਹੀਂ, ਗੁਰਬਾਣੀ ਦੇ ਵਿੱਚ ਬਹੁਤ ਹੀ ਸਰਲਤਾ, ਸੌਖਾ ਤਰੀਕਾ, ਸੌਖਾ ਕੰਮ ਦੱਸਿਆ। ਪਤਾ ਨਹੀਂ ਸਾਨੂੰ ਇਹ ਸੌਖਾ ਕੰਮ ਕਰਨਾ ਚੰਗਾ ਨਹੀਂ ਲੱਗਦਾ। ਅਸੀਂ ਕਠਿਨਾਈਆਂ ਨੂੰ ਪਸੰਦ ਕਰਦੇ। ਕੋਈ ਕੰਮ ਕਰਨ ਲੱਗਿਆ ਥੋੜੀ ਕਠਿਨਾਈ ਆਏ ਨਾ, ਅਸੀਂ ਸਮਝਦੇ ਸ਼ਾਇਦ ਇਹਦੇ ਨਾਲ ਜ਼ਿਆਦਾ ਸਫਲ ਹੋਵਾਂਗੇ। ਸਤਿਗੁਰੂ ਜੀ ਨੇ ਕਿੰਨਾ ਸਰਲ ਤਰੀਕਾ ਸਾਨੂੰ ਦੱਸਿਆ ਕਿ ਗੋਬਿੰਦ ਦੇ ਗੁਣ ਗਾਉਣੇ ਨੇ ਤੇ ਗੋਬਿੰਦ ਦੇ ਗੁਣ ਗਾਉਣ ਵਾਸਤੇ ਕੋਈ ਵਿਸ਼ੇਸ਼ ਜੁਗਤੀਆਂ, ਕੋਈ ਆਸਣ ਲਾਉਣ ਦੀ ਥੋੜੀ ਲੋੜ ਹੈ। ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਹੁਣ ਇਹਦੇ ਵਿੱਚ ਕੋਈ ਵਿਸ਼ੇਸ਼ ਜੁਗਤੀ ਥੋੜੀ ਆਈ ਜੀ ਕਿ ਇਸ ਤਰੀਕੇ ਦੇ ਨਾਲ ਹੀ ਬੈਠਾ ਜਾਏ ਤੇ ਇਦਾਂ ਹੋ ਸਕਦਾ, ਆਹ ਤਰੀਕੇ ਦੇ ਨਾਲ ਹੀ ਜਪਿਆ ਜਾਏ ਤੇ ਜਪਿਆ ਜਾ ਸਕਦਾ। ਗੱਲ ਤੇ ਤੇਰੀ ਸਵਾਸ ਸਵਾਸ ਪ੍ਰਮਾਤਮਾ ਦੀ ਯਾਦ ਤੇਰੇ ਅੰਦਰ ਬਣੀ ਰਹੇ। ਗੱਲ ਤੇ ਆਹ ਸਤਿਗੁਰੂ ਜੀ ਨੇ ਸਾਨੂੰ ਸਮਝਾਈ ਕਿ ਤੈਨੂੰ ਸਦਾ ਹੀ ਰੱਬ ਯਾਦ ਰਹੇ, ਸਦਾ ਹੀ ਰੱਬ ਯਾਦ ਰਹੇ। ਪਰ ਅਸੀਂ ਅਖਿਆਈਆਂ ਕਠਿਨਾਈਆਂ, ਕਿਸੇ ਨੇ ਕਹਿਤਾ ਜੀ ਤੁਸੀਂ ਇੰਨਾ ਚਿਰ ਫਲਾਣੀ ਜਗ੍ਹਾ ਤੇ ਅੱਤ ਦੀ ਠੰਡ ਹੈ, ਕਿਸੇ ਨੇ ਕਹਿਤਾ ਜੀ ਨੰਗੇ ਪੈਰੀਂ ਜਾਇਓ। ਸਾਨੂੰ ਉਹ ਬੜਾ ਚੰਗਾ ਲੱਗਦਾ, ਕਿਉਂਕਿ ਕਠਿਨਾਈ ਆ ਨਾ, ਉਹਦੇ ਨਾਲ ਠੰਡ ਲੱਗਣੀ, ਪੈਰਾਂ ਨੂੰ ਰੋੜ ਵੀ ਵੱਜਣੇ ਆ। ਅਸੀਂ ਉਹਨੂੰ ਸਾਧਨਾ ਸਮਝਦੇ ਆ ਜਿਹੜੀ ਕਠਿਨਾਈ ਵਾਲੀ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਰ ਚੀਜ਼ ਸਰਲ ਦਿੱਤੀ, ਸੌਖੀ ਦਿੱਤੀ ਆ ਕਿ ਤੈਨੂੰ ਕਰਨ ਲੱਗਿਆ ਕੋਈ ਤੰਗੀ ਨਾ ਆਏ। ਪਰ ਸਾਡਾ ਸੁਭਾਅ ਬਣ ਗਿਆ, ਅਸੀਂ ਇਸ ਤਰ੍ਹਾਂ ਦੇ ਅਲੱਗ ਤਰੀਕੇ ਦੇ ਕਰਮ ਕਰਕੇ ਜਿਹਦੇ ਵਿੱਚ ਕਠਿਨਾਈ ਹੋਏ, ਸਮਝਦੇ ਸ਼ਾਇਦ ਆਹ ਤਰੀਕਾ ਚੰਗਾ। ਮੈਂ ਪਹਿਲਾਂ ਬੇਨਤੀ ਕੀਤੀ, ਇਹ ਸਾਰੀ ਮਨੁੱਖ ਦੀ ਆਪਣੀ ਮੱਤ ਅਨੁਸਾਰ ਕੀਤੀਆਂ ਹੋਈਆਂ ਖੋਜਾਂ ਨੇ। ਇਸ ਤਰੀਕੇ ਦੇ ਨਾਲ
ਪਰਮਾਤਮਾ ਦੇ ਮਿਲਾਪ ਦਾ ਰਸਤਾ ਗੁਰਬਾਣੀ ਅਨੁਸਾਰ ਨਹੀਂ ਆ। ਗੁਰਬਾਣੀ ਨੇ ਤੇ ਸਾਨੂੰ ਸਰਲ ਤਰੀਕਾ ਦੱਸਿਆ ਕਿ ਤੂੰ ਆਪਣੀ ਕਿਰਤ ਵੀ ਕਰਨੀ ਆ, ਕੰਮ ਧੰਦਾ ਵੀ ਕਰਨਾ, ਪਰਿਵਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ, ਸਮਾਜ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਉਣੀਆਂ। ਇਹਨਾਂ ਸਾਰਿਆਂ ਦੇ ਨਾਲ ਨਾਲ ਇੱਕੋ ਕੰਮ ਤੂੰ ਆਪਣੇ ਧਿਆਨ ਵਿੱਚ ਰੱਖਣਾ ਕਿ ਰੱਬ ਭੁੱਲ ਨਾ ਜਾਏ, ਰੱਬ ਦੀ ਯਾਦ ਨਾ ਵਿਸਰ ਜੇ। ਉਹਦੀ ਯਾਦ ਤੂੰ ਆਪਣੇ ਜੀਵਨ ਵਿੱਚ ਬਣਾ ਕੇ ਰੱਖਣੀ ਆ। ਜੇ ਉਹਦੀ ਯਾਦ ਵਿਸਰ ਗਈ ਤੇ ਫਿਰ ਇਹ ਸਾਰੇ ਤਰੀਕੇ, ਸਾਰੀਆਂ ਜੁਗਤੀਆਂ, ਇਹਨਾਂ ਦਾ ਲਾਭ ਕੋਈ ਪ੍ਰਾਪਤ ਨਹੀਂ ਹੋਏਗਾ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ। ਹੁਣ ਇਹਦੇ ਵਿੱਚ ਸਾਰੇ ਸਮੇਂ ਸੀਮਾ ਦੀਆਂ ਹੱਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਪਸ਼ਟ ਕਰ ਦਿੱਤੀਆਂ ਕਿ ਪ੍ਰਮਾਤਮਾ ਨੂੰ ਕਿੰਨਾ ਚਿਰ ਯਾਦ ਕਰਨਾ। ਤੇ ਭਗਤ ਕਬੀਰ ਸਾਹਿਬ ਜੀ ਵੀ ਇਹੀ ਗੱਲ ਕਹਿ ਰਹੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ, ਬੁਢੇਪਾ, ਸਰੀਰ ਦੀ ਕਮਜ਼ੋਰੀ, ਕਹਿਣ ਤੋਂ ਭਾਵ ਅਖੀਰਲੇ ਸਵਾਸ ਤੱਕ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਅਖੀਰਲੇ ਸਵਾਸ ਤੱਕ ਉਸ ਪਰਮਾਤਮਾ ਨੂੰ ਯਾਦ ਰੱਖਣਾ, ਉਹਦਾ ਸਿਮਰਨ ਕਰਨਾ, ਉਹਦੇ ਗੁਣ ਗਾਉਣੇ ਨੇ। ਕਰ ਬੰਦੇ ਤੂੰ ਬੰਦਗੀ ਜਿਚਰ ਘਟ ਮੈਂ ਸਾ। ਤਾਂ ਹੀ ਤੇ ਭਗਤ ਜੀ ਨੇ ਕਿਹਾ ਅਸੀਂ ਭੁੱਲੇ ਹੋਏ ਆ, ਸਾਡੇ ਜੀਵਨ ਨੂੰ ਦੇਖਿਆ, ਬੜੇ ਨੇੜੇ ਤੋਂ ਦੇਖਿਆ, ਤੇ ਨੇੜੇ ਤੋਂ ਦੇਖ ਕੇ ਫਿਰ ਕਹਿੰਦੇ ਨੇ ਭਜੋ ਗੋਬਿੰਦ ਭੂਲ ਮਤ ਜਾਓ। ਮਾਨਸ ਜਨਮ ਕਾ ਇਹੀ ਲਾਭ, ਇਸ ਮਨੁੱਖਾ ਜਨਮ ਦਾ ਆਹ ਲਾਭ ਤੂੰ ਪ੍ਰਾਪਤ ਕਰਨਾ। ਜੇ ਇਹ ਕੰਮ ਤੂੰ ਨਹੀਂ ਕੀਤਾ, ਗੁਣ ਗੋਬਿੰਦ ਗਾਇਓ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਜਨਮ ਅਕਾਰਥ ਕੀਨ, ਫਿਰ ਤੇਰਾ ਜਨਮ ਅਕਾਰਥ ਚਲਿਆ ਗਿਆ। ਤੇ ਪ੍ਰੇਰਨਾ ਕਰਦੇ ਨੇ ਸਾਧੂ ਗੋਬਿੰਦ ਕੇ ਗੁਣ ਗਾਵੋ, ਹੇ ਸੰਤ ਜਨੋ, ਇਹ ਪਿਆਰਿਓ, ਕਿੰਨਾ ਗੁਰੂ ਸਾਡੇ ਨਾਲ ਪਿਆਰ ਕਰਦਾ। ਗੁਰੂ ਪਿਆਰਿਓ, ਕਿੰਨੀ ਪਿਆਰ ਵਾਲੀ ਭਾਸ਼ਾ ਹੈ ਗੁਰੂ ਦੀ, ਕਿੰਨਾ ਗੁਰੂ ਸਾਨੂੰ ਸਤਿਕਾਰ ਦਿੰਦਾ। ਅਸੀਂ ਤੇ ਇੱਕ ਦੂਜੇ ਨੂੰ ਭੰਡਣ ਤੇ ਸਾਰਾ ਜ਼ੋਰ ਲਾ ਦਿੰਦੇ। ਗੁਰੂ ਕਿੰਨਾ ਪਿਆਰ ਕਰਦਾ, ਤੇ ਗੁਰੂ ਪਿਆਰ ਕਰਦਾ ਹੋਇਆ ਸਾਨੂੰ ਸਿੱਖਿਆ ਦਿੰਦਾ ਕਿ ਭਲਿਆ ਤੇਰੇ ਵੀ ਜੀਵਨ ਵਿੱਚ ਪਿਆਰ ਹੋਣਾ ਚਾਹੀਦਾ। ਤੂੰ ਦੂਸਰਿਆਂ ਦਾ ਸਤਿਕਾਰ ਕਰਿਆ ਕਰ, ਦੂਸਰਿਆਂ ਨੂੰ ਪਿਆਰ ਦੇ ਨਾਲ ਮਿਲਿਆ ਕਰ, ਪਿਆਰ ਦੇ ਨਾਲ ਬੁਲਾਇਆ ਕਰ। ਕਿੰਨਾ ਪਿਆਰ ਗੁਰੂ ਨੇ ਸਾਨੂੰ ਬਖਸ਼ਿਸ਼ ਕੀਤਾ। ਸਾਧੂ ਗੋਬਿੰਦ ਕੇ ਗੁਣ ਗਾ, ਪਿਆਰ ਦੇ ਨਾਲ ਆਵਾਜ਼ ਦਿੰਦੇ ਨੇ, ਹੇ ਸੰਤ ਜਨੋ। ਕਿੰਨਾ ਪਿਆਰਾ ਤਰੀਕਾ ਮੇਰੇ ਸਤਿਗੁਰੂ ਸਾਹਿਬ ਜੀ ਦਾ ਸਾਨੂੰ ਸਾਰਿਆਂ ਨੂੰ ਸਮਝਾਉਣ ਵਾਸਤੇ। ਫਿਰ ਅਗਲੀ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਕਹਿੰਦੇ ਨੇ, ਮਾਨਸ ਜਨਮ ਅਮੋਲਕ ਪਾਇਓ। ਇਹ ਜਿਹੜਾ ਮਨੁੱਖਾ ਜਨਮ ਹੈ ਬੜਾ ਅਮੋਲਕ ਹੈ, ਇਹਦੀ ਕੀਮਤ ਹੀ ਕੋਈ ਨਹੀਂ। ਆਪਾਂ ਕਈ ਵਾਰੀ ਦੇਖਦੇ ਹਾਂ ਦਾਤ ਤੇ ਦਾਤੇ ਦੀ ਹੈ, ਪਰਮਾਤਮਾ ਦੇ ਹੱਥ ਵਿੱਚ ਹੈ ਸਾਰੀਆਂ ਦਾਤਾਂ। ਦੇਣ ਵਾਲਾ ਉਹ ਆਪ ਹੈ ਤੇ ਸਾਨੂੰ ਸਾਰੇ ਜੀਵਾਂ ਨੂੰ ਉਹ ਦੇ ਰਿਹਾ। ਪਰ ਕਈ ਵਾਰੀ ਗ੍ਰਸਤੀ ਪਰਿਵਾਰਾਂ ਦੇ ਵਿੱਚ ਜਿਨ੍ਹਾਂ ਦੇ ਘਰ ਸੰਤਾਨ ਨਹੀਂ ਹੁੰਦੀ, ਦਾਤ ਤੇ ਪਰਮੇਸ਼ਰ ਦੀ ਆ, ਪਰ ਮਨੁੱਖ ਆਪਣੀ ਮਤ ਅਨੁਸਾਰ ਹਰ ਤਰੀਕਾ ਅਪਣਾਉਂਦਾ, ਯਤਨ ਕਰਦਾ। ਮੈਡੀਕਲ ਸਾਇੰਸ ਨੇ ਬੇਸ਼ੱਕ ਬਹੁਤ ਖੋਜ ਕਰ ਲਈ ਆ ਤੇ ਦਾਅਵੇਦਾਰੀਆਂ ਕੀਤੀਆਂ ਜਾਂਦੀਆਂ ਨੇ ਕਿ ਇਸ ਤਰੀਕੇ ਦੇ ਨਾਲ ਸੰਤਾਨ ਪੈਦਾ ਹੋਏਗੀ। ਪਰ ਗੁਰੂ ਪਿਆਰਿਓ, ਇਹ ਦਾਤ ਦਾਤੇ ਦੀ ਆ, ਇਹ ਪਰਮੇਸ਼ਰ ਦੇ ਹੱਥ ਵਿੱਚ ਦਾਤ ਹੈ। ਜੇ ਸਾਡੇ ਕਰਮਾਂ ਵਿੱਚ ਲਿਖੀ ਆ ਤੇ ਕੋਈ ਨਾ ਕੋਈ ਤਰੀਕਾ ਬਣ ਜਾਣਾ, ਕੋਈ ਜ਼ਰੀਆ ਬਣ ਜਾਣਾ। ਉਹ ਜ਼ਰੀਆ, ਉਹ ਤਰੀਕਾ ਹੀ ਜ਼ਰੂਰੀ ਨਹੀਂ ਕਿ
ਹਰ ਇੱਕ ਦੇ ਜੀਵਨ ਵਿੱਚ ਸਕਸੈਸਫੁਲ ਹੋਏ, ਕਾਮਯਾਬੀ ਉਹਦੇ ਨਾਲ ਮਿਲ ਜੇ। ਕਈ ਐਸੀਆਂ ਉਦਾਹਰਨਾਂ ਸਾਨੂੰ ਸਮਾਜ ਵਿੱਚੋਂ ਮਿਲ ਜਾਂਦੀਆਂ ਨੇ ਕਿ ਜਿਹੜੇ ਤਰੀਕਿਆਂ ਦੇ ਨਾਲ ਮੈਡੀਕਲ ਸਾਇੰਸ ਵਾਲਿਆਂ ਨੇ ਬੜੇ ਬੜੇ ਵੱਡੇ ਹਸਪਤਾਲ ਖੋਲ੍ਹੇ ਨੇ, ਉਹਨਾਂ ਨੇ ਇਹ ਦਾਅਵੇਦਾਰੀਆਂ ਕੀਤੀਆਂ ਕਿ ਇਸ ਤਰੀਕੇ ਦੇ ਨਾਲ ਸੰਤਾਨ ਦੀ ਦਾਤ ਪ੍ਰਾਪਤ ਹੋ ਜਾਏਗੀ। ਜਿਨ੍ਹਾਂ ਦੇ ਕਰਮਾਂ ਵਿੱਚ ਨਹੀਂ, ਭਾਗਾਂ ਵਿੱਚ ਨਹੀਂ, ਦਾਤ ਦਾਤੇ ਦੀ ਆ। ਕਈ ਵਾਰੀ ਉਹ ਸਾਰੀਆਂ ਥੈਰੇਪੀਆਂ ਅਪਣਾਉਣ ਦੇ ਬਾਵਜੂਦ ਵੀ ਸੰਤਾਨ ਪ੍ਰਾਪਤ ਨਹੀਂ ਹੁੰਦੀ। ਦਾਤ ਦਾਤੇ ਦੇ ਹੱਥ ਹੈ। ਹੁਣ ਬੜਾ ਖਰਚ ਕੀਤਾ ਜਾਂਦਾ ਹੈ, ਬੜਾ ਪੈਸਾ ਲਾਇਆ ਜਾਂਦਾ। ਮਨੁੱਖ ਦੇ ਕੋਲ ਪੈਸਾ ਬਹੁਤ ਹੈ, ਪੈਸੇ ਦੇ ਨਾਲ ਇਹ ਹਰ ਚੀਜ਼ ਖਰੀਦ ਲੈਣੀ ਚਾਹੁੰਦਾ। ਪੈਸੇ ਦੇ ਨਾਲ ਹਰ ਚੀਜ਼ ਖਰੀਦ ਲੈਣੀ ਚਾਹੁੰਦਾ। ਪੈਸੇ ਦੇ ਬਲਬੂਤੇ ਤੇ ਸਮਝਦਾ ਕਿ ਮੈਂ ਸਭ ਕੁਝ ਖਰੀਦ ਲੈਣਾ। ਤੇ ਮੁਆਫ ਕਰਨਾ ਗੁਰੂ ਪਿਆਰਿਓ, ਇੱਥੋਂ ਤੱਕ ਅੱਜ ਸਾਡੀ ਹਾਲਤ ਹੋ ਗਈ, ਅਸੀਂ ਪੈਸੇ ਦੇ ਬਲਬੂਤੇ ਧਰਮ ਵੀ ਸੋਚਦੇ ਹਾਂ ਖਰੀਦ ਲੈਣਾ। ਪੈਸੇ ਦੇ ਬਲਬੂਤੇ। ਪਰ ਪੈਸੇ ਦੇ ਬਲਬੂਤੇ ਹਰ ਚੀਜ਼ ਅਸੀਂ ਦੁਨਿਆਵੀ ਤੇ ਲੈ ਸਕਦੇ ਹਾਂ, ਪਰ ਜਿਹੜੀ ਦਾਤੇ ਦੇ ਹੱਥ ਦੀਆਂ ਦਾਤਾਂ ਨੇ ਉਹ ਪੈਸੇ ਦੇ ਬਲਬੂਤੇ ਨਹੀਂ ਖਰੀਦ ਸਕਦੇ। ਕਿਸੇ ਤਰੀਕੇ ਦੇ ਨਾਲ ਨਹੀਂ। ਸਾਰਾ ਜ਼ੋਰ ਲੱਗ ਜਾਂਦਾ ਡਾਕਟਰਾਂ ਤੱਕ, ਹਕੀਮਾਂ ਤੱਕ, ਵੈਦਾਂ ਤੱਕ। ਤੇ ਕੇਵਲ ਡਾਕਟਰ, ਹਕੀਮ, ਵੈਦਾਂ ਤੱਕ ਹੀ ਕੰਮ ਹੀ ਨਹੀਂ ਰਿਹਾ। ਪੈਸੇ ਦੇ ਜ਼ੋਰ ਨੇ ਧਰਮ ਦੇ ਵਿੱਚ ਵੀ ਇੰਨਾ ਆਪਣਾ ਯਤਨ ਕੀਤਾ ਕਿ ਅਸੀਂ ਪੈਸੇ ਦੇ ਜ਼ੋਰ ਦੇ ਨਾਲ ਜਿੱਦਾਂ ਦਾ ਕੋਈ ਆਖੇਗਾ ਉਦਾਂ ਦਾ ਹਮਨ ਕਰਾਂਗੇ। ਜਿਹੜੇ ਤਰੀਕੇ ਦੇ ਨਾਲ ਕੋਈ ਆਖੇਗਾ ਧਰਮ ਦਾ ਕਰਮ ਅਸੀਂ ਉਹ ਕਰਾਂਗੇ। ਇਹ ਸਾਰੇ ਦੇ ਸਾਰੇ ਪ੍ਰਮਾਣ ਇਹ ਸਾਬਤ ਕਰਦੇ ਕਿ ਮਨੁੱਖ ਪੈਸੇ ਦੇ ਬਲਬੂਤੇ ਹਰ ਚੀਜ਼ ਪ੍ਰਾਪਤ ਕਰਨੀ ਚਾਹੁੰਦਾ। ਪਰ ਸਤਿਗੁਰੂ ਜੀ ਕਹਿੰਦੇ ਮਾਨਸ ਜਨਮ ਅਮੋਲਕ ਪਾਇਓ। ਇਹ ਮਨੁੱਖਾ ਜਨਮ ਅਮੋਲਕ ਹੈ, ਇਹਦੀ ਕੀਮਤ ਕੋਈ ਦੇ ਨਹੀਂ ਸਕਦਾ। ਕਿਸੇ ਕੀਮਤ ਤੇ ਇਹਨੂੰ ਕੋਈ ਪ੍ਰਾਪਤ ਨਹੀਂ ਕਰ ਸਕਦਾ। ਜਿਹੜਾ ਇੰਨਾ ਕੀਮਤੀ ਆ, ਸਾਹਿਬ ਜੀ ਕਹਿੰਦੇ ਜੇ ਤੂੰ ਪ੍ਰਮਾਤਮਾ ਦੇ ਗੁਣ ਨਹੀਂ ਗਾਉਂਦਾ, ਜੇ ਤੂੰ ਰੱਬ ਦਾ ਨਾਮ ਨਹੀਂ ਜਪਦਾ, ਵਾਹਿਗੁਰੂ ਪ੍ਰਮਾਤਮਾ ਦੀ ਸਿਫਤ ਸਲਾਹ ਨਹੀਂ ਕਰਦਾ, ਤੇ ਫਿਰ ਕਹਿੰਦੇ ਇਹ ਤੇਰਾ ਅਜਾਈ ਚਲਿਆ ਜਾਏਗਾ, ਅਕਾਰਥ ਚਲਿਆ ਜਾਏਗਾ। ਸਾਨੂੰ ਇਸ ਮਨੁੱਖਾ ਜਨਮ ਦੀ ਕੀਮਤ ਤੋਂ ਜਾਣੂ ਕਰਾਇਆ ਸਤਿਗੁਰੂ ਜੀ ਨੇ। ਬਿਰਥਾ ਕਾਹੇ ਗਵਾ, ਕਿਉਂ ਇਹਨੂੰ ਅਜਾਈ ਗਵਾ ਰਿਹਾ? ਇਹਦੀ ਕੀਮਤ ਨੂੰ ਜਾਣਨਾ ਕਰ, ਸਮਝਣਾ ਕਰ ਕਿ ਇਹਨੂੰ ਕਿਸੇ ਕੀਮਤ ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਹੋਰ ਦੁਨੀਆ ਦੀ ਹਰ ਚੀਜ਼ ਤੂੰ ਪੈਸੇ ਦੇ ਨਾਲ, ਕੀਮਤ ਦੇ ਨਾਲ ਖਰੀਦ ਸਕਦਾ ਹੈ, ਪਰ ਇਹ ਮਨੁੱਖਾ ਜਨਮ ਬੜਾ ਅਮੋਲਕ ਹੈ। ਇਹਨੂੰ ਕਿਸੇ ਤਰੀਕੇ ਦੇ ਨਾਲ ਤੂੰ ਖਰੀਦ ਨਹੀਂ ਸਕਦਾ। ਉਸ ਪਰਮਾਤਮਾ ਦੀ ਇਹ ਰਹਿਮਤ ਹੈ, ਉਹਦਾ ਤਰਸ ਹੈ, ਉਹਦਾ ਰਹਿਮ ਕਰਮ ਹੈ। ਉਹਨੇ ਸਾਡੇ ਸਾਰਿਆਂ ਤੇ ਕਿਰਪਾ ਕੀਤੀ ਕਿ ਸਾਨੂੰ ਸਾਰੀਆਂ ਜੋਨਾਂ ਦੇ ਵਿੱਚੋਂ ਸ੍ਰੇਸ਼ਟ ਜੋਨੀ ਮਨੁੱਖਾ ਜਨਮ ਦੀ ਦਾਤ ਬਖਸ਼ੀ ਹੈ। ਜਿਹਦੇ ਗੁਣ ਗਾਉਣੇ ਨੇ ਉਹ ਕਿੰਨਾ ਕੁ ਵੱਡਾ ਹੈ, ਉਹਦੀ ਸਮਰੱਥਾ ਕਿੱਦਾਂ ਦੀ ਆ। ਜਿਹਦੇ ਗੁਣ ਗਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਸਾਨੂੰ ਪ੍ਰੇਰਨਾ ਕਰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਜਦੋਂ ਅਕਾਲ ਪੁਰਖ ਪ੍ਰਮਾਤਮਾ ਦੀ ਵਡਿਆਈ ਕਰਦੇ ਨੇ ਨਾ ਜੀ, ਤੇ ਸਾਡਾ ਵਿਸ਼ਵਾਸ ਬਣਾਉਂਦੇ ਨੇ ਉਸ ਅਕਾਲ ਪੁਰਖ ਪ੍ਰਮਾਤਮਾ ਦੇ, ਤੇ ਬਚਨ ਕਰਦੇ ਨੇ ਨਿਰਾਧਾਰ ਕੋ ਆਧਾਰ, ਆਸਰੋ ਨਰਾਸਨ ਕੋ, ਨਾਥ ਹੈ ਅਨਾਥਨ ਕੋ, ਦੀਨ ਕੋ ਦਿਆਲ ਹੈ। ਉਹ ਪ੍ਰਮਾਤਮਾ ਜਿਹਦਾ ਕੋਈ ਆਧਾਰ ਨਹੀਂ, ਜਿਹਦਾ ਕੋਈ ਆਸਰਾ ਨਹੀਂ, ਉਹ ਨਾਥਾਂ ਦਾ ਨਾਥ ਹੈ। ਉਹ ਸਾਰਿਆਂ ਦੀ ਬਾਂਹ ਫੜਨ ਵਾਲਾ ਹੈ।
ਦੀਨਾਂ ਤੇ ਦਇਆ ਕਰਨ ਵਾਲਾ ਹੈ। ਆਹ ਉਹਦੇ ਗੁਣ ਨੇ। ਨਿਰਾਧਾਰ ਕੋ ਆਧਾਰ, ਜਿਹਦਾ ਕੋਈ ਆਸਰਾ ਨਹੀਂ। ਫਿਰ ਅਗਲੀ ਗੱਲ ਕਰਦੇ ਨੇ, ਉਹ ਪਰਮਾਤਮਾ ਕੇਵਲ ਨਿਆਸਰਿਆਂ ਦਾ ਆਸਰਾ ਹੀ ਨਹੀਂ, ਉਹ ਜਿਹਦੇ ਕੋਲ ਕੌਡੀ ਵੀ ਧਨ ਦੀ ਨਹੀਂ, ਕੰਗਾਲ ਹੈ, ਉਹ ਉਹਨਾਂ ਨੂੰ ਧਨ ਦੇਣ ਵਾਲਾ। ਉਹ ਪਰਮਾਤਮਾ असरण शरण और निर्धन को है धन, टेक अंधन की किरपन कृपाल है। जिन्हों कोई सहारा नहीं दिंदा, ओदा वो सहारा है। जिहड़ा कंगाल है ਉਹਦੇ ਲਈ ਉਹ ਧਨ है, देण वाला है। जिवें अन्ने दे तुरन वास्ते ਉਹਦੀ डंगोरी हुंदी है ना, ਸਾਡੇ ਅਗਿਆਨੀਆਂ ਦੇ ਜੀਵਨ ਦੀ ਪ੍ਰਮਾਤਮਾ ਡੰਗੋਰੀ ਆ, ਜਿਹੜਾ ਸਾਨੂੰ ਜੀਵਨ ਦੀ ਸਮਝ ਦਿੰਦਾ ਤੇ ਸਾਰਿਆਂ ਤੇ ਕਿਰਪਾ ਕਰਨ ਵਾਲਾ। ਫਿਰ ਇਸ ਤੋਂ ਅਗਲੀ ਗੱਲ, ਅਕਿਰਤ ਘਨ ਕੇ ਦਾਤਾਰ, ਪਤਤ ਪਾਵਨ ਪ੍ਰਭ, ਨਰਕ ਨਿਵਾਰਨ ਪ੍ਰਤਿਗਿਆ ਪ੍ਰਤਪਾਲ ਹੈ। ਆ ਪ੍ਰਮਾਤਮਾ ਦੇ ਗੁਣ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਦੱਸੇ ਕਿ ਉਹ ਕਿਰਤ ਘਣਾ ਦੀ ਵੀ ਪਾਲਣਾ ਕਰਦਾ ਹੈ। ਆਪਾਂ ਬਚਨ ਪੜ੍ਹਦੇ ਆ ਨਾ ਕਿ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਕਿਰਤ ਘਣਾ ਦੀ ਵੀ ਪਾਲਣਾ ਕਰਦਾ ਹੈ। ਫਿਰ ਇੱਥੇ ਬਸ ਨਹੀਂ, ਭਾਈ ਸਾਹਿਬ ਜੀ ਕਹਿੰਦੇ ਨੇ, ਆਵਗਣ ਹਰਨ, ਔਗਣਾ ਨੂੰ ਨਾਸ ਕਰਨ ਵਾਲਾ, ਕਰਨ ਕਰਤਿਗਿਆ ਸੁਆਮੀ, ਸੰਗੀ ਸਰਬੰਗ ਰਸ ਰਸਕ ਰਸਾਲ ਹੈ। ਉਹ ਰਹਿੰਦਾ ਕਿੱਥੇ ਆ? ਕਹਿੰਦੇ ਉਹ ਸਾਰਿਆਂ ਦੇ ਨਾਲ, ਉਹ ਰਸੀਆਂ ਦਾ ਰਸ ਹੈ, ਜਿਹੜੇ ਪਿਆਰ ਵਿੱਚ ਆ ਕੇ ਕਹਿੰਦੇ ਨੇ, ਉਹ ਆਹੇ ਗੁਰੂ ਆਹੇ ਗੁਰੂ, ਉਹ ਆਹੇ ਗੁਰੂ ਆਹੇ ਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਪਤਤ ਪਨੀਤ ਦੀਨ ਬੰਦ ਹਰ, ਸਰਨ ਤਾਹੇ ਤੁਮ ਆਵੋ। ਜਿਹੜਾ ਪਤਤਾਂ ਦਾ ਉਦਾਰ ਕਰਨ ਵਾਲਾ, ਪਤਤਾਂ ਦਾ ਵੀ ਜੀਵਨ ਸੋਹਣਾ ਬਣਾਉਣ ਵਾਲਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਦੇ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਕਰੋੜਾਂ ਹੀ ਪਾਪ ਕਰਨ ਵਾਲੇ ਦੇ ਪਾਪਾਂ ਤੋਂ ਵੀ ਗੁਰੂ ਨੇ ਕਿਰਪਾ ਕਰਤੀ, ਉਹਦੇ ਸਾਰੇ ਪਾਪ ਧੋ ਦਿੱਤੇ। ਮਾੜੇ ਕਰਮ ਕਰਨ ਵਾਲਾ ਗੁਰੂ ਦੀ ਸ਼ਰਨ ਵਿੱਚ ਆਇਆ, ਗੁਰੂ ਨੇ ਉਹਦੇ ਸਾਰੇ ਪਿਛਲੇ ਕਰਮਾਂ ਨੂੰ ਧੋ ਦਿੱਤਾ, ਅੱਗੇ ਉਹਨੂੰ ਚੰਗੇ ਰਸਤੇ ਤੇ ਪਾ ਦਿੱਤਾ। ਗੁਰੂ ਦਾ ਬਿਰਧ ਐਸਾ, ਗੁਰੂ ਦਾ ਸੁਭਾਅ ਐਸਾ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੇ ਮਾਰਗ ਪਾਵੇ। ਪਿਛਲਿਆਂ ਦੇ ਲੇਖੇ ਜੋਖੇ ਨਹੀਂ ਗੁਰੂ ਕਰਦਾ। ਤੂੰ ਆਹ ਕੀਤਾ, ਤੂੰ ਆਹ ਕੀਤਾ, ਇਹ ਮਨੁੱਖ ਕਰਦਾ। ਅਸੀਂ ਕਰਦੇ ਹਾਂ ਇੱਕ ਦੂਜੇ ਨਾਲ, ਤੂੰ ਮੇਰੇ ਲਈ ਆਹ ਕੀਤਾ, ਤੂੰ ਮੇਰੇ ਲਈ ਆਹ ਕੀਤਾ। ਗੁਰੂ ਦਾ ਇਸ ਤਰ੍ਹਾਂ ਦਾ ਸੁਭਾਅ ਨਹੀਂ। ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਗਿਆ, ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਗੁਰੂ ਉਹਦੇ ਪਿਛਲੇ ਲੇਖੇ ਜੋਖੇ ਨਹੀਂ ਕਰਦਾ। ਤੂੰ ਆਹ ਕੀਤਾ ਸੀ, ਗੁਰੂ ਕਿਰਪਾ ਕਰਦਾ ਕਿ ਤੂੰ ਬੱਚਿਆ ਮੇਰੇ ਕੋਲ ਆ ਗਿਆ, ਅੱਗੇ ਤੋਂ ਤੇਰੇ ਵਾਸਤੇ ਆਹ ਰਸਤਾ ਹੀ। ਕਿਹੜਾ ਰਸਤਾ?
ਸਾਧੋ ਗੋਬਿੰਦ ਕੇ ਗੁਣ ਗਾਵੋ। ਆਹ ਕੰਮ ਕਰਨਾ ਸ਼ੁਰੂ ਕਰ ਦੇ, ਤੇਰੇ ਜੀਵਨ ਦੀ ਸਫਲਤਾ ਹੋ ਜਾਏਗੀ। ਸਾਹਿਬ ਜੀ ਕਹਿੰਦੇ ਨੇ ਪਤਤਾਂ ਦੇ ਵਿਕਾਰੀਆਂ ਦੇ ਸੋਹਣੇ ਜੀਵਨ ਬਣਾਉਣ ਵਾਲਾ ਇਹ ਪ੍ਰਮਾਤਮਾ ਦੀ ਹਸਤੀ ਹੈ, ਉਹਦੀ ਤਾਕਤ ਹੈ। ਜਿੰਨਾ ਮਰਜੀ ਵਿਕਾਰੀ, ਗਣਕਾ ਵਰਗੀ ਵਿਕਾਰਨ, ਜੇ ਉਹਨੇ ਪ੍ਰਮਾਤਮਾ ਦਾ ਨਾਮ ਜਪਿਆ, ਸੋਹਣੇ ਜੀਵਨ ਵਾਲੀ ਹੋ ਗਈ। ਸਤਿਗੁਰੂ ਜੀ ਕਹਿੰਦੇ ਉਹ ਪਤਤਾ ਤੋਂ ਪਨੀਤ, ਮਾੜੇ ਕਰਮ ਕਰਨ ਵਾਲਿਆਂ ਦੇ ਕਰਮ ਤਬਦੀਲ ਕਰਕੇ ਉਹਨਾਂ ਦਾ ਜੀਵਨ ਸੋਹਣਾ ਬਣਾ ਦਿੰਦਾ। ਆ ਗੁਰੂ ਦੇ ਕੋਲ ਆਪਾਂ ਆਉਨੇ ਆ ਨਾ, ਕਿਸ ਵਾਸਤੇ ਆਉਨੇ ਆ? ਸਾਨੂੰ ਸਮਝ ਆ ਜੇ ਕਿ ਮੇਰੇ ਜੀਵਨ ਦਾ ਕਿਹੜਾ ਕਰਮ ਚੰਗਾ ਹੈ ਤੇ ਕਿਹੜਾ ਮਾੜਾ, ਮੈਨੂੰ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਗੁਰਬਾਣੀ ਪੜ੍ਹਨ ਦਾ ਆ ਹੀ ਭਾਵ ਹੈ ਗੁਰੂ ਪਿਆਰਿਓ, ਕਿ ਸਾਨੂੰ ਆਪਣੇ ਜੀਵਨ ਬਾਰੇ ਸਮਝ ਆ ਜੇ ਕਿ ਇਨਸਾਨੀਅਤ ਦੇ ਨਾਤੇ ਮੈਨੂੰ ਕਿਹੜਾ ਕਰਮ ਕਰਨਾ ਚਾਹੀਦਾ, ਕਿਹੜਾ ਨਹੀਂ ਕਰਨਾ ਚਾਹੀਦਾ। ਗੁਰੂ ਆ ਹੀ ਸਾਨੂੰ ਗੱਲ ਸਮਝਾਉਂਦਾ। ਪਤਤਾਂ ਨੂੰ ਸੋਹਣੇ ਜੀਵਨ ਬਣਾਉਣ ਵਾਲਾ, ਵਿਕਾਰੀਆਂ ਦੇ ਸਚਿਆਰ ਜੀਵਨ ਬਣਾਉਣ ਵਾਲਾ ਉਹ ਪ੍ਰਮਾਤਮਾ ਹੈ, ਜਿਹੜਾ ਸਭ ਤੋਂ ਨੇੜਲਾ ਸਾਥੀ ਆ, ਰਿਸ਼ਤੇਦਾਰ ਹੈ। ਇਸ ਤਰ੍ਹਾਂ ਦਾ ਉਹਦਾ ਸੁਭਾਅ ਹੈ ਤੇ ਉਹਦੇ ਨਾਲ ਇਸ ਤਰ੍ਹਾਂ ਦਾ ਰਿਸ਼ਤਾ ਬਣਾ। ਸਾਹਿਬ ਜੀ ਕਹਿੰਦੇ ਨੇ ਗੱਜ ਕੋ ਤਰਾਸ ਮਿਟਿਓ ਜੈ ਸਿਮਰਤ, ਤੁਮ ਕਾਹੇ ਬਿਸਰਾਵੋ। ਗੱਜ ਕੋ ਤਰਾਸ, ਗਜ ਰਾਜ ਹਾਥੀ। ਭਾਗਵਤ ਦੀ ਸਾਖੀ ਵਿੱਚ ਆਉਂਦਾ ਹੈ ਕਿ ਗੰਧਰਵ ਰਿਖੀ ਸੀ, ਸਰਾਫ ਦੇ ਨਾਲ ਹਾਥੀ ਦੀ ਜੂਨ ਵਿੱਚ ਪੈ ਗਿਆ। ਤੰਦੂਏ ਨੇ ਇਹਨੂੰ ਪਾਣੀ ਪੀਣ ਗਏ, ਇਹਨੂੰ ਆਪਣੀਆਂ ਤੰਦਾਂ ਦੇ ਵਿੱਚ ਜਕੜ ਲਿਆ, ਸਾਰਾ ਜ਼ੋਰ ਲਾਇਆ। ਜਦੋਂ ਕਿਸੇ ਪ੍ਰਕਾਰ ਵੀ ਉਹਦੀ ਪਕੜ ਵਿੱਚੋਂ ਛੁੱਟ ਨਾ ਸਕਿਆ, ਜਦੋਂ ਨਿਰਬਲ ਹੋ ਜਾਈਦਾ। ਆਪਾਂ ਵੀ ਰੱਬ ਨੂੰ ਉਦੋਂ ਹੀ ਯਾਦ ਕਰਦੇ ਜਦੋਂ ਸਾਨੂੰ ਲੱਗੇ ਨਾ ਕਿ ਹੁਣ ਮੇਰਾ ਕਿਤੇ ਹੱਥ ਨਹੀਂ ਪੈਂਦਾ। ਸਾਡਾ ਵੀ ਸੁਭਾਅ ਇਹ ਹੀ ਆ। ਗੁਰੂ ਨੂੰ ਯਾਦ ਉਦੋਂ ਹੀ ਕਰਦੇ ਜਦੋਂ ਲੱਗਦਾ ਕਿ ਸਾਰੇ ਪਾਸਿਓਂ ਜਵਾਬ ਮਿਲ ਗਏ, ਨਹੀਂ ਤੇ ਉਹਨਾਂ ਚਿਰ ਆਪਣੀਆਂ ਸਿਆਣਪਾਂ ਦੀ ਵਰਤੋਂ ਕਰਦੇ ਰਹਿੰਦੇ ਆ। ਮੈਂ ਆਹ ਫਲਾਣਾ ਕੰਮ ਏਦਾਂ ਕਰਾ ਲੂੰ, ਫਲਾਣੇ ਬੰਦੇ ਕੋ ਕਰਾ ਲੂੰ, ਫਲਾਣੇ ਕੋ ਜਾ ਕੇ ਕਰਾ ਲੂੰ, ਮੇਰੀ ਫਲਾਣੇ ਥਾਂ ਬੜੀ ਪਹੁੰਚ ਆ। ਆਪਣੀਆਂ ਇਹ ਵਕਤੀ ਅਪਰੋਚਾਂ ਨੂੰ ਅਸੀਂ ਬੜੀ ਵੱਡੀ ਤਾਕਤ ਸਮਝਦੇ ਹਾਂ। ਠੀਕ ਹੈ, ਵਕਤੀ ਤੌਰ ਤੇ ਉਹਨਾਂ ਦੇ ਨਾਲ ਸਾਨੂੰ ਸਹੂਲਤ ਮਿਲ ਸਕਦੀ ਹੈ, ਪਰ ਜਿੰਨਾ ਚਿਰ ਚਾਰ ਚਫੇਰਿਓਂ ਅਸੀਂ ਨਿਰਾਸ਼ ਨਹੀਂ ਹੋ ਜਾਂਦੇ, ਉਹਨਾਂ ਚਿਰ ਅਸੀਂ ਗੁਰੂ ਤੇ ਪਰਮੇਸ਼ਰ ਤੇ ਆਪਣਾ ਭਰੋਸਾ ਨਹੀਂ ਬਣਾਉਂਦੇ। ਗੁਰੂ ਕਿਰਪਾ ਕਰੇ, ਨਿਰਾਸ਼ ਹੋ ਕੇ ਨਹੀਂ, ਗੁਰੂ ਤੇ ਸਾਡਾ ਵਿਸ਼ਵਾਸ ਪਿਆਰ ਦੇ ਨਾਲ ਬਣਿਆ ਰਹਿਣਾ ਚਾਹੀਦਾ। ਕਹਿੰਦੇ ਹਾਥੀ ਨੇ ਸਾਰਾ ਜ਼ੋਰ ਲਾ ਲਿਆ, ਪਰ ਤੰਦੂਏ ਦੀਆਂ ਤੰਦਾਂ ਜੋ ਛੁੱਟਿਆ ਨਹੀਂ। ਤੇ ਫਿਰ ਵੀ ਗੰਧਰਵ ਰਿਖੀ ਸੀ, ਕਿਤੇ ਇਹਦੇ ਚਿੱਤ ਵਿੱਚ ਫੁਰਨਾ ਆਇਆ, ਇਹਨੇ ਰਾਮ ਦਾ ਨਾਮ ਜਪਿਆ। ਰਾਮ ਦਾ ਨਾਮ, ਉਹ ਰਾਮ ਜਿਹੜਾ ਰਮਿਆ ਹੋਇਆ, ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜਿਹਦੇ ਬਾਰੇ ਸਾਹਿਬ ਜੀ ਕਹਿੰਦੇ ਨੇ ਘਟ ਘਟ ਮੈਂ ਹਰ ਜੂ ਬਸੇ। ਜਿਸ ਰਾਮ ਦੇ ਬਾਰੇ ਸਤਿਗੁਰੂ ਜੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਰਮਈਆ ਕੇ ਗੁਣ ਚੇਤ ਪੁਰਾਣੀ, ਕਮਨ ਮੂਲ ਤੇ ਕਮਨ ਦਿਸਟਾਨੀ, ਜਿੰਤੂ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੇ ਜਿਨੇ ਉਭਾਰਿਆ। ਉਸ ਰਾਮ ਨੂੰ ਯਾਦ ਕੀਤਾ ਤੇ ਕਹਿੰਦੇ ਤੰਦੂਏ ਦੀ ਪਕੜ ਦੇ ਵਿੱਚੋਂ ਛੁੱਟ ਗਿਆ। ਉਹ ਪ੍ਰਮਾਤਮਾ ਇੰਨਾ ਬਲਵਾਨ ਹੈ, ਤਾਕਤਵਰ ਹੈ, ਸ਼ਕਤੀਸ਼ਾਲੀ ਹੈ, ਇੰਨਾ ਸਮਰੱਥ ਹੈ ਕਿ ਜਿੱਥੇ ਵੀ ਉਹਨੂੰ ਕਿਸੇ ਨੇ ਪਿਆਰ ਦੇ ਨਾਲ ਯਾਦ ਕੀਤਾ, ਉਹ ਹਰ ਥਾਂ ਮਦਦਗਾਰ ਬਣਦਾ। ਇਸ ਕਰਕੇ ਉਹਦੇ ਗੁਣਾਂ ਨੂੰ ਗਾਇਆ ਕਰ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਹਿੰਦੇ ਉਹ ਹਾਥੀ ਜਿਹੜਾ ਤੰਦੂਏ ਦੀਆਂ ਤੰਦਾਂ ਦੇ ਵਿੱਚ ਫਸਿਆ ਪਿਆ ਸੀ, ਜੇ ਕਿਤੇ ਉਹਨੇ ਵੀ ਉਸ ਪਰਮਾਤਮਾ ਨੂੰ, ਉਸ ਰਾਮ ਦਾ ਨਾਮ ਜਪਿਆ ਤੇ ਉਹ ਤੰਦੂਏ ਦੀਆਂ ਤੰਦਾਂ ਦੀ ਪਕੜ ਦੇ ਵਿੱਚੋਂ ਛੁੱਟ ਗਿਆ
ਭਲਿਆ ਤੂੰ ਕਿਉਂ ਐਸੇ ਪ੍ਰਮਾਤਮਾ ਨੂੰ ਭੁੱਲਿਆ ਫਿਰਦਾ? ਤੂੰ ਤੇ ਬੰਦਿਆਂ ਨੂੰ ਯਾਦ ਕਰਦਾ ਰਹਿਣਾ, ਤੂੰ ਤੇ ਬੰਦਿਆਂ ਦੇ ਗੁਣ ਗਾਉਂਦਾ ਰਹਿਣਾ, ਬੰਦਿਆਂ ਦੀਆਂ ਸਿਫਤਾਂ ਕਰਦਾ ਰਹਿਣਾ। ਮੇਰਾ ਫਲਾਣਾ ਬੜਾ ਤਾਕਤਵਰ ਆ, ਉਹ ਫਲਾਣੀ ਉਹਦੀ ਪਹੁੰਚ ਬੜੀ ਉੱਚੀ ਆ, ਉਹ ਬੜਾ ਵੱਡਾ ਮੰਤਰੀ ਆ, ਉਹ ਸੰਤਰੀ ਆ, ਉਹ ਅਫਸਰ ਹੈ, ਮੇਰਾ ਫਲਾਣਾ ਰਿਸ਼ਤੇਦਾਰ ਬੜਾ ਤਕੜਾ। ਬਸ ਸਾਡੇ ਝੂਠੇ ਜੇ ਮਨ ਨੂੰ ਦਿਲਾਸੇ ਦੇ ਕੇ ਅਸੀਂ ਆਪਣੇ ਜੀਵਨ ਦਾ ਕੀਮਤੀ ਸਮਾਂ ਅਜਾਈ ਗਵਾਈ ਜਾ ਰਹੇ ਹਾਂ। ਇਹ ਸਾਰੇ ਸਹਾਰੇ ਵਕਤੀ ਨੇ ਤੇ ਵਕਤ ਦੇ ਨਾਲ ਹੀ ਇਹਨਾਂ ਨੇ ਮਿਟ ਜਾਣਾ, ਕਿਉਂਕਿ ਇਹਨਾਂ ਵਿੱਚੋਂ ਕੋਈ ਵੀ ਥਿਰ ਰਹਿਣ ਵਾਲਾ ਨਹੀਂ। ਮੈਂ ਖੁਦ ਥਿਰ ਰਹਿਣ ਵਾਲਾ ਨਹੀਂ, ਤੇ ਜਿਨ੍ਹਾਂ ਦਾ ਮੈਂ ਸਹਾਰਾ ਸਮਝਦਾ ਬੜਾ ਵੱਡਾ ਸਹਾਰਾ, ਉਹ ਵੀ ਥਿਰ ਰਹਿਣ ਵਾਲੇ ਨਹੀਂ। ਸਦਾ ਥਿਰ ਰਹਿਣ ਵਾਲਾ ਪ੍ਰਮਾਤਮਾ, ਪ੍ਰਮਾਤਮਾ ਦਾ ਨਾਮ, ਜਿੱਥੇ ਕਹਿੰਦੇ ਤੇਰੇ ਨਾਲ ਕਿਸੇ ਨੇ ਨਹੀਂ ਨਿਭਣਾ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਉੱਥੇ ਪ੍ਰਮਾਤਮਾ ਦਾ ਨਾਮ ਤੇਰਾ ਸਾਥ ਦਿੰਦਾ। ਇਸ ਜਿੰਦ ਦਾ ਆਸਰਾ ਬਣ ਕੇ ਜਿੰਦ ਦੇ ਨਾਲ ਚੱਲਦਾ। ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਇਸ ਕਰਕੇ ਪਿਆਰ ਦੇ ਨਾਲ ਆਖਿਆ ਕਰ, ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਵੋ। ਤਜ ਅਭਿਮਾਨ, ਹੰਕਾਰ ਛੱਡ ਦੇ, ਹਉਮੈ ਨੂੰ ਆਪਣੇ ਜੀਵਨ ਵਿੱਚੋਂ ਛੱਡ ਦੇ ਕਿ ਮੈਂ ਹਾਂ, ਮੈਂ ਹਾਂ। ਇਹ ਸਾਰਾ ਹੰਕਾਰ ਹੈ, ਤੂੰ ਕੁਝ ਵੀ ਨਹੀਂ ਹੈ। ਉਹਦੀ ਸੱਤਿਆ ਕੰਮ ਕਰ ਰਹੀ ਆ, ਉਹਨੇ ਆਪਣੀ ਸੱਤਿਆ ਖਿੱਚ ਲਈ, ਉੱਥੇ ਮਿੱਟੀ ਦੀ ਢੇਰੀ ਬਣ ਕੇ ਰਹਿ ਜਾਣਾ। ਕਹਿੰਦੇ ਆਪਣਾ ਨਿੱਜ ਦਾ, ਦੇਹੀ ਦਾ, ਹਰ ਪ੍ਰਕਾਰ ਦਾ ਅਭਿਮਾਨ ਛੱਡ ਦੇ। ਕਰਨਾ ਕੀ ਕਰ, ਇਹ ਜਿਹੜਾ ਮਾਇਆ ਦਾ ਮੋਹ ਆ ਨਾ, ਮਾਇਆ ਦੇ ਮੋਹ ਵਿੱਚ ਪਿਆ ਹੋਇਆ ਹੀ ਮਨੁੱਖ ਹੰਕਾਰ ਕਰਦਾ ਨਾ ਜੀ। ਸਾਹਿਬ ਜੀ ਕਹਿੰਦੇ ਹੰਕਾਰ ਛੱਡ ਦੇ, ਮਾਇਆ ਦਾ ਮੋਹ ਛੱਡ ਦੇ। ਕਰਨਾ ਕੀ ਕਰ, ਵਾਹਿਗੁਰੂ ਪ੍ਰਮਾਤਮਾ ਦੇ ਨਾਮ ਦੇ ਨਾਲ ਚਿੱਤ ਨੂੰ ਜੋੜ ਕੇ ਰੱਖ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਨਾਨਕ ਕਹਿਤ ਮੁਕਤ ਪੰਥੇ, ਗੁਰਮੁਖ ਹੋਏ ਤੁਮ ਪਾਵੋ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਇਸ ਤਰੀਕੇ ਦੇ ਨਾਲ ਆਹ ਤਰੀਕਾ ਹੈ ਤੇਰੇ ਜੀਵਨ ਨੂੰ ਸਵਾਰਨ ਦਾ, ਸ਼ਿੰਗਾਰਨ ਦਾ। ਆਹ ਸ਼ਿੰਗਾਰ ਤੂੰ ਆਪਣੇ ਜੀਵਨ ਦੇ ਵਿੱਚ ਕਰਨਾ ਕਿ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਸ਼ਿੰਗਾਰ ਤੇਰੇ ਜੀਵਨ ਵਿੱਚ ਹੋਏ। ਇਸ ਤਰੀਕੇ ਦੇ ਨਾਲ ਇਸ ਰਸਤੇ ਤੇ ਚੱਲ ਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੂੰ ਇਸ ਵਿਕਾਰਾਂ ਦੇ ਬੰਧਨਾਂ ਤੋਂ ਸਦਾ ਵਾਸਤੇ ਮੁਕਤ ਹੋ ਸਕਦਾ। ਇਸ ਤੋਂ ਇਲਾਵਾ ਹੋਰ ਕੋਈ ਵੀ ਤਰੀਕਾ ਨਹੀਂ। ਜਿਸ ਤਰੀਕੇ ਦੇ ਨਾਲ ਮਨੁੱਖ ਸਮਝੇ ਕਿ ਮੈਂ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਵਾਂਗਾ ਜਾਂ ਹੋ ਸਕਦਾ ਹਾਂ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਵਿਕਾਰਾਂ ਦੇ ਬੰਧਨਾਂ ਤੋਂ ਮੁਕਤੀ ਦਾ ਇੱਕੋ ਇੱਕ ਤਰੀਕਾ। ਉਹ ਕਿਹੜਾ ਤਰੀਕਾ? ਸਾਹਿਬ ਜੀ ਕਹਿੰਦੇ ਨੇ ਗੋਬਿੰਦ ਕੇ ਗੁਣ ਗਾਵੋ ਸਾਧੋ, ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ। ਗੋਬਿੰਦ ਕੇ ਗੁਣ ਗਾਵੋ, ਗੋਬਿੰਦ ਕੇ ਗੁਣ ਗਾਵੋ।
ਸਾਧੂ ਗੋਬਿੰਦ ਕੇ ਗੁਣ ਗਾਵੋ, ਸਾਧੂ ਗੋਬਿੰਦ ਕੇ ਗੁਣ ਗਾਵੋ। ਇਹ ਨਿਕ ਸੇਵਾ ਪ੍ਰਵਾਨ ਕਰਦੇ ਹੋਏ, ਵਿਚਾਰਾਂ ਕਰਦਿਆਂ ਹੋਈ ਭੁੱਲ ਚੁੱਕ ਦੀ ਖਿਮਾ ਕਰਨੀ। ਕੋਈ ਬਚਨ ਕਿਸੇ ਨੂੰ ਕੜਵਾ ਲੱਗਾ ਹੋਵੇ